ਪੰਜਾਬ ਸਰਕਾਰ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ ਤੇ ਹੁਣ ਮੁਲਾਜ਼ਮ, ਪੈਨਸ਼ਨਰ ਤੇ ਟੀਚਰ ਸਾਰੇ ਇੱਕ ਸੁਰ 'ਚ ਬੋਲ ਰਹੇ ਨੇ ਕਿ 23 ਅਗਸਤ ਨੂੰ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੋਜ ਵਿੱਚ ਵੱਡੀ ਰੈਲੀ ਹੋਣ ਜਾ ਰਹੀ ਹੈ। ਵੋਟਾਂ ਨੇੜੇ ਨੇ ਤੇ ਵਾਅਦੇ ਪੂਰੇ ਨਹੀਂ ਹੋਏ ਤੇ ਹੁਣ ਗੁੱਸਾ ਸਿੱਧਾ ਮੁੱਖ ਮੰਤਰੀ ਦੇ ਆਪਣੇ ਪਿੰਡ ਤੱਕ ਪਹੁੰਚ ਗਿਆ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੋਨੀਆ ਤੇ ਤੁਸੀਂ ਦੇਖ ਰਹੇ ਹੋ ਬੈਠਕ ਪੰਜਾਬ। ਅੱਜ ਦੀ ਖਬਰ ਵਿੱਚ ਗੱਲ ਕਰਾਂਗੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ, ਪੈਨਸ਼ਨਰਾਂ ਤੇ ਅਧਿਆਪਕਾਂ ਦੇ ਵੱਧਦੇ ਰੋਸ਼ ਦੀ ਤੇ ਸਮਝਾਂਗੇ ਕਿ ਅਸਲ 'ਚ ਇਹ ਪੂਰਾ ਮਾਮਲਾ ਹੈ ਕੀ। ਵੀਡੀਓ ਨੂੰ ਪੂਰਾ ਦੇਖੋ ਕਿਉਂਕਿ ਅੱਗੇ ਦੱਸਾਂਗੇ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖਿਲਾਫ ਮੁਲਾਜ਼ਮਾਂ ਦਾ ਗੁੱਸਾ ਕਿਉਂ ਵੱਧ ਰਿਹਾ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਧਿਆਪਕਾਂ ਦੀ। ਗਵਰਨਮੈਂਟ ਟੀਚਰ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਉਹ 23 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੋਜ ਵਿੱਚ ਹੋਣ ਵਾਲੀ ਰੈਲੀ 'ਚ ਵੱਧ ਚੜ੍ਹ ਕੇ ਹਿੱਸਾ ਲੈਣਗੇ। ਇਹ ਰੈਲੀ ਪਹਿਲਾਂ ਪੁਰਾਹੀ ਈ ਪੈਨਸ਼ਨ ਬਹਾਲੀ ਫਰੰਟ ਵੱਲੋਂ ਸੱਦੀ ਗਈ ਸੀ, ਜਿਹੜੇ ਲੰਬੇ ਸਮੇਂ ਤੋਂ 올ਡ ਪੈਨਸ਼ਨ ਸਕੀਮ ਯਾਨੀ OPS ਬਹਾਲ ਕਰਵਾਉਣ ਦੀ ਮੰਗ ਕਰ ਰਹੇ ਸਨ। ਹੁਣ ਟੀਚਰ ਯੂਨੀਅਨ ਵੀ ਇਸ ਸੰਘਰਸ਼ ਵਿੱਚ ਖੁੱਲ੍ਹ ਕੇ ਸ਼ਾਮਲ ਹੋ ਰਹੇ ਨੇ। ਮਤਲਬ ਹੁਣ ਸਿਰਫ ਪੈਨਸ਼ਨਰ ਹੀ ਨਹੀਂ ਸਗੋਂ ਹਜ਼ਾਰਾਂ ਸਰਕਾਰੀ ਅਧਿਆਪਕ ਵੀ 23 ਅਗਸਤ ਨੂੰ ਸਤੋਜ ਵੱਲ ਕੂਚ ਕਰਨਗੇ। ਇਹ ਪਹਿਲੀ ਵਾਰ ਨਹੀਂ ਜਦੋਂ ਟੀਚਰਸ ਯੂਨੀਅਨ ਨੇ ਸਤੋਜ ਦਾ ਰੁਖ ਕੀਤਾ ਹੋਵੇ। ਇਸ ਤੋਂ ਪਹਿਲਾਂ ਵੀ 180 ETT ਯੂਨੀਅਨ ਅਤੇ 3704 ਟੀਚਰ ਯੂਨੀਅਨ ਵਰਗੀਆਂ ਜਥੇਬੰਦੀਆਂ ਪੰਜਾਬ ਪੇ ਸਕੇਲ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੇ ਜੱਦੀ ਪਿੰਡ ਵਿੱਚ ਧਰਨਾ ਲਾ ਚੁੱਕੀਆਂ ਨੇ ਤੇ ਕਈ ਵਾਰ ਪੁਲਿਸ ਨੇ ਬੈਰੀਕੇਡ ਲਾ ਕੇ ਵੀ ਅਧਿਆਪਕਾਂ ਨੂੰ ਰਾਹ ਵਿੱਚ ਰੋਕਿਆ ਹੈ। ਬੀਐਡ ਕਲਾਂ ਵੱਲੋਂ ਸਤੋਜ ਵੱਲ ਜਾ ਰਹੇ 3704 ਟੀਚਰ ਯੂਨੀਅਨ ਦੇ ਅਧਿਆਪਕਾਂ ਤੇ ਪੁਲਿਸ ਵਿਚਕਾਰ ਖਿੱਚਤਾਨ ਸ਼ੁਰੂ ਹੋ ਗਈ। ਇਸ ਲਈ ਸਤੋਜ ਹੁਣ ਸਿਰਫ ਇੱਕ ਪਿੰਡ ਨਹੀਂ ਰਿਹਾ, ਇਹ ਪੰਜਾਬ ਦੇ ਮੁਲਾਜ਼ਮ ਸੰਘਰਸ਼ ਦਾ ਇੱਕ ਸਿੰਬਲ ਬਣ ਗਿਆ ਹੈ। ਹੁਣ ਸਵਾਲ ਇਹ ਬਣਦਾ ਹੈ ਕਿ ਇਹ ਸਭ ਹੋ ਕਿਉਂ ਰਿਹਾ ਹੈ। ਪੰਜਾਬ ਸਰਕਾਰ ਦਾ ਕਾਰਜਕਾਲ ਹੁਣ ਆਖਰੀ ਪੜਾਅ ਤੇ ਹੈ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ। ਸੱਤਾ 'ਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਦੀ ਪੈਨਸ਼ਨਰਾਂ ਨਾਲ ਕਈ ਵਾਅਦੇ ਕੀਤੇ ਗਏ ਸਨ, ਖਾਸ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ, ਪਰ ਇਹ ਵੀ ਵਾਅਦਾ ਹੁਣ ਤੱਕ ਪੂਰਾ ਨਹੀਂ ਹੋਇਆ। ਇਸੇ ਕਰਕੇ ਲਗਭਗ ਸਾਰੇ ਧਿਰ ਜਿਨ੍ਹਾਂ ਨਾਲ ਵਾਅਦੇ ਕੀਤੇ ਗਏ ਸਨ ਹੁਣ ਸੜਕਾਂ ਤੇ ਆ ਗਈਆਂ ਨੇ। ਧਰਨੇ, ਹੜਤਾਲਾਂ ਤੇ ਰੈਲੀਆਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ ਤੇ 23 ਅਗਸਤ ਦੀ ਸਤੋਜ ਰੈਲੀ ਇਸੇ ਲੜੀ ਦੀ ਅਗਲੀ ਕੜੀ ਹੈ। ਹੁਣ ਥੋੜਾ ਸਮਝ ਲਈਏ ਕਿ ਇਹ 올ਡ ਪੈਨਸ਼ਨ ਸਕੀਮ ਦਾ ਮੁੱਦਾ ਇੰਨਾ ਵੱਡਾ ਕਿਉਂ ਬਣ ਗਿਆ ਹੈ। ਪੁਰਾਣੀ ਪੈਨਸ਼ਨ ਸਕੀਮ 'ਚ ਰਿਟਾਇਰਮੈਂਟ ਤੋਂ ਬਾਅਦ ਮੁਲਾਜ਼ਮ ਨੂੰ ਆਖਰੀ ਤਨਖਾਹ ਦੇ ਹਿਸਾਬ ਨਾਲ ਪੱਕੀ ਪੈਨਸ਼ਨ ਮਿਲਦੀ ਹੈ ਤੇ ਇਸ 'ਚ ਮੁਲਾਜ਼ਮ ਦੀ ਜੇਬ ਤੇ ਕੋਈ ਕਟੌਤੀ ਨਹੀਂ ਹੁੰਦੀ। ਇਸੇ ਮੁਕਾਬਲੇ ਨਿਊ ਪੈਨਸ਼ਨ ਸਕੀਮ ਯਾਨੀ NPS ਦੇ ਵਿੱਚ ਪੈਨਸ਼ਨ ਸ਼ੇਅਰ ਬਾਜ਼ਾਰ ਦੇ ਨਾਲ ਜੁੜੀ ਹੋਈ ਹੈ ਤੇ ਮੁਲਾਜ਼ਮ ਦੀ ਤਨਖਾਹ 'ਚੋਂ ਹੀ ਹਰ ਮਹੀਨੇ ਕਟੌਤੀ ਹੁੰਦੀ ਹੈ। ਇਹੀ ਵਜ੍ਹਾ ਹੈ ਕਿ NPS ਵਾਲੇ ਮੁਲਾਜ਼ਮ ਲੰਬੇ ਸਮੇਂ ਤੋਂ OPS ਬਹਾਲ ਕਰਵਾਉਣ ਦੀ ਮੰਗ ਕਰ ਰਹੇ ਨੇ ਤੇ ਇਸ ਮੰਗ ਨੂੰ ਲੈ ਕੇ ਕਈ NPS ਮੁਲਾਜ਼ਮਾਂ ਨੇ ਪਹਿਲਾਂ ਵੀ ਮੁੱਖ ਮੰਤਰੀ ਦਾ ਪੁਤਲਾ ਸਾੜ ਕੇ ਰੋਸ਼ ਜ਼ਾਹਿਰ ਕੀਤਾ ਹੈ। ਹੁਣ ਗੱਲ ਕਰਦੇ ਹਾਂ ਹੜਤਾਲਾਂ ਤੇ ਧਰਨਿਆਂ ਦੀ। ਮਿਨਿਸਟਰੀਅਲ ਕਰਮਚਾਰੀ ਯਾਨੀ ਸਰਕਾਰੀ ਦਫ਼ਤਰਾਂ 'ਚ ਕੰਮ ਕਰਨ ਵਾਲੇ ਕਲਰਕ ਤੇ ਸਟਾਫ, ਉਹਨਾਂ ਨੇ ਵੀ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਐਲਾਨ ਕੀਤਾ ਗਿਆ ਹੈ ਕਿ 11 ਤਾਰੀਖ ਨੂੰ ਗੇਟ ਰੈਲੀਆਂ ਕੀਤੀਆਂ ਜਾਣਗੀਆਂ। ਮਤਲਬ ਸਰਕਾਰੀ ਦਫ਼ਤਰਾਂ ਦੇ ਗੇਟ ਦੇ ਬਾਹਰ ਹੀ ਛੋਟੇ-ਛੋਟੇ ਰੋਸ਼ ਪ੍ਰਦਰਸ਼ਨ ਕੀਤੇ ਜਾਣਗੇ। ਇਹ ਕੋਈ ਵੱਡੀ ਮਹਾ ਰੈਲੀ ਨਹੀਂ, ਸਗੋਂ ਸੂਬੇ ਭਰ ਦੇ ਦਫ਼ਤਰਾਂ 'ਚ ਇੱਕੋ ਦਿਨ ਇਕੱਠੇ ਹੋ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਨ ਦਾ ਤਰੀਕਾ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਕਰਮਚਾਰੀਆਂ ਦਾ ਗੁੱਸਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖਿਲਾਫ ਹੈ। ਇਸ ਦੀ ਵਜ੍ਹਾ 7 ਅਗਸਤ ਦੀ ਚੰਡੀਗੜ੍ਹ ਰੈਲੀ ਹੈ। ਉਸ ਦਿਨ ਪੰਜਾਬ ਭਰ ਦੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਦੇ ਬੈਨਰ ਹੇਠ ਚੰਡੀਗੜ੍ਹ ਪਹੁੰਚੇ ਸਨ ਤੇ ਸੈਕਟਰ 39 ਗ੍ਰੇਨ ਮਾਰਕੀਟ ਤੋਂ ਵਿਧਾਨ ਸਭਾ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੇ ਬੈਰੀਕੇਡ ਲਾਏ, ਵਾਟਰ ਕੈਨਨ ਵੀ ਵਰਤੇ, ਪਰ ਇਹ ਰੈਲੀ ਮਾਨ ਸਰਕਾਰ ਦੇ ਕਾਰਜਕਾਲ ਦੀ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਮੁਲਾਜ਼ਮ ਲਾਮਬੰਦੀਆਂ 'ਚੋਂ ਇੱਕ ਮੰਨੀ ਗਈ। ਮੁਲਾਜ਼ਮਾਂ ਦੀਆਂ ਮੰਗਾਂ ਸਪਸ਼ਟ ਸਨ। 18% DA ਏਰੀਅਰਸ ਦੀ ਰਿਲੀਜ਼, 올ਡ ਪੈਨਸ਼ਨ ਸਕੀਮਸ ਦੀ ਬਹਾਲੀ, ਪੈਨਸ਼ਨ ਰਿਵੀਜ਼ਨ 'ਚ 2.59 ਦਾ ਮਲਟੀਪਲਾਇਰ ਲਾਗੂ ਕਰਨਾ, ਮੈਡੀਕਲ ਅਲਾਇੰਸ ਵਧਾਉਣਾ ਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨਾ। ਇਸ ਤੋਂ ਪਹਿਲਾਂ ਸੰਗਰੂਰ ਵਿੱਚ ਵੀ ਇਹਨਾਂ ਦੀ ਮੰਗਾਂ ਨੂੰ ਲੈ ਕੇ ਵੱਡੀ ਸੂਬਾ ਪੱਧਰ ਰੈਲੀ ਹੋ ਚੁੱਕੀ ਹੈ, ਜਿੱਥੇ ਪੈਨਸ਼ਨਰਸ ਦੇ ਮੁੱਖ ਮੰਤਰੀ ਮਾਨ ਤੇ ਵਿੱਤ ਮੰਤਰੀ ਚੀਮਾ ਦੇ ਪੁਤਲੇ ਵੀ ਸਾੜੇ ਸਨ। ਹੁਣ ਮੁਲਾਜ਼ਮ ਜਥੇਬੰਦੀਆਂ ਦਾ ਰੋਸ਼ ਹੈ ਕਿ ਇਸ ਰੈਲੀ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਉਹਨਾਂ ਨੂੰ ਸਟੇਟ ਵਿਰੋਧੀ ਯਾਨੀ ਸੂਬਾ ਵਿਰੋਧੀ ਆਖਿਆ ਗਿਆ। ਇਹ ਗੱਲ ਮੁਲਾਜ਼ਮਾਂ ਨੂੰ ਬਹੁਤ ਬੁਰੀ ਲੱਗੀ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਉਹ ਸਿਰਫ ਆਪਣੇ ਹੱਕਾਂ ਦੀ ਲੜਾਈ, ਆਪਣੇ ਪੈਨਸ਼ਨ ਤੇ DA ਲਈ ਸੜਕਾਂ ਤੇ ਆਏ ਸਨ। ਸਰਕਾਰ ਵਿਰੋਧੀ ਹੋਣਾ ਤੇ ਸੂਬਾ ਵਿਰੋਧੀ ਹੋਣਾ ਇਹ ਦੋ ਵੱਖਰੀਆਂ ਗੱਲਾਂ ਨੇ।
ਇਸੇ ਕਰਕੇ ਹੁਣ ਮਿਨਿਸਟਰੀਅਲ ਕਰਮਚਾਰੀਆਂ ਦੀ ਮੰਗ ਕੀਤੀ ਹੈ ਕਿ ਵਿੱਤ ਮੰਤਰੀ ਚੀਮਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਤੋਂ ਮਾਫੀ ਮੰਗਣ। ਸਾਫ਼ ਸ਼ਬਦਾਂ 'ਚ ਕਹੀਏ ਤਾਂ 11 ਅਗਸਤ ਦੀ ਗੇਟ ਰੈਲੀ ਸਿਰਫ ਤਨਖਾਹ ਜਾਂ ਪੈਨਸ਼ਨ ਦੇ ਮੁੱਦੇ ਨਹੀਂ ਸਗੋਂ ਇਹ ਬਿਆਨ ਖਿਲਾਫ ਵੀ ਹੈ। ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਸਰਕਾਰ ਵੱਲੋਂ ਇਸ ਮਾਮਲੇ ਤੇ ਗੱਲਬਾਤ ਦੀ ਪਹਿਲਵੀ ਸ਼ੁਰੂ ਹੋ ਗਈ ਹੈ। ਯੂਨੀਅਨ ਆਗੂਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ 27 ਅਗਸਤ ਨੂੰ ਮੀਟਿੰਗ ਤੈਅ ਕੀਤੀ ਗਈ ਹੈ, ਜਿਸ ਵਿੱਚ ਇਹਨਾਂ ਮੰਗਾਂ ਤੇ ਗੱਲਬਾਤ ਹੋਣੀ ਹੈ। ਪਰ ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇ ਇਸ ਮੀਟਿੰਗ ਦੇ ਵਿੱਚ ਕੋਈ ਠੋਸ ਹੱਲ ਨਾ ਨਿਕਲਿਆ ਤਾਂ ਉਹ ਪੂਰੇ ਸੂਬੇ ਦੇ ਵਿੱਚ ਮਹਾਬੰਦ ਦਾ ਸੱਦਾ ਦੇਣ ਲਈ ਵੀ ਤਿਆਰ ਨੇ। ਮਤਲਬ ਆਉਣ ਵਾਲੇ ਹਫ਼ਤੇ ਪੰਜਾਬ ਸਰਕਾਰ ਲਈ ਸੌਖੇ ਨਹੀਂ ਰਹਿਣ ਵਾਲੇ। ਇੱਥੇ ਇੱਕ ਗੱਲ ਹੋਰ ਸਮਝਣ ਵਾਲੀ ਹੈ, ਇਹ ਨਹੀਂ ਹੈ ਕਿ ਸਰਕਾਰ ਮੁਲਾਜ਼ਮਾਂ ਦੇ ਹਰ ਮੁੱਦੇ ਤੇ ਬਿਲਕੁਲ ਚੁੱਪ ਬੈਠੀ ਹੈ। 10 ਅਗਸਤ ਨੂੰ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵਿਧਾਨ ਸਭਾ ਦੇ ਵਿੱਚ ਪੰਜਾਬ ਸਟੇਟ ਆਊਟਸੋਰਸਡ ਪਰਸਨਲ ਬਿੱਲ 2026 ਪਾਸ ਕਰਵਾਇਆ ਗਿਆ, ਜਿਸ ਦਾ ਮਕਸਦ ਹਜ਼ਾਰਾਂ ਆਊਟਸੋਰਸਡ ਵਰਕਰਸ ਨੂੰ ਠੇਕੇ ਤੇ ਕਾਨੂੰਨੀ ਸੁਰੱਖਿਆ ਦੇਣਾ ਹੈ। ਸਰਕਾਰ ਇਸ ਨੂੰ ਇਤਿਹਾਸਿਕ ਕਦਮ ਦੱਸ ਰਹੀ ਹੈ, ਪਰ OPS, DA ਏਰੀਅਰਸ ਤੇ ਪੇ ਸਕੇਲ ਵਰਗੀਆਂ ਵੱਡੀਆਂ ਮੰਗਾਂ ਹਾਲੇ ਵੀ ਲਟਕੀਆਂ ਹੋਈਆਂ ਨੇ ਤੇ ਇਹੀ ਵਜ੍ਹਾ ਹੈ ਕਿ ਇੱਕ ਬਿੱਲ ਪਾਸ ਹੋਣ ਦੇ ਬਾਵਜੂਦ ਗੁੱਸਾ ਕੱਟਣ ਦੀ ਥਾਂ ਵੱਧਦਾ ਜਾ ਰਿਹਾ ਹੈ। ਇਹੀ ਨਹੀਂ, ਬੇਰੋਜ਼ਗਾਰ ਨੌਜਵਾਨਾਂ ਦਾ ਇੱਕ ਧੜਾ ਵੀ ਹਾਲ ਹੀ ਦੇ ਵਿੱਚ ਵਿੱਤ ਮੰਤਰੀ ਚੀਮਾ ਦੀ ਰਿਹਾਇਸ਼ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਚੁੱਕਾ ਹੈ, ਜਿਸ ਨੂੰ ਪੁਲਿਸ ਨੇ ਸਟੇਟ ਹਾਈਵੇ 11 ਤੇ ਹੀ ਰੋਕ ਲਿਆ ਸੀ। ਮਤਲਬ ਸਿਰਫ ਮੁਲਾਜ਼ਮ ਤੇ ਪੈਨਸ਼ਨਰ ਹੀ ਨਹੀਂ, ਬੇਰੋਜ਼ਗਾਰ ਨੌਜਵਾਨਾਂ ਦਾ ਮੋਰਚਾ ਵੀ ਵਿੱਤ ਮੰਤਰੀ ਖਿਲਾਫ ਖੁੱਲਾ ਹੋਇਆ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਨਾਰਾਜ਼ਗੀ ਸਿਰਫ ਇੱਕ ਵਰਗ ਤੱਕ ਹੀ ਸੀਮਿਤ ਨਹੀਂ ਸਗੋਂ ਕਈ ਵੱਖ-ਵੱਖ ਤਬਕਿਆਂ 'ਚ ਵੀ ਫੈਲੀ ਹੋਈ ਹੈ। ਹੁਣ ਇਸ ਪੂਰੇ ਮੁੱਦੇ ਨੂੰ ਸਿਆਸੀ ਨਜ਼ਰੀਏ ਤੋਂ ਵੀ ਸਮਝ ਲੈਂਦੇ ਹਾਂ। 2027 ਦੀਆਂ ਵਿਧਾਨ ਸਭਾ ਚੋਣਾਂ ਸਿਰ ਤੇ ਹਨ ਤੇ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਗਾਤਾਰ ਹੜਤਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਰੋਧੀ ਧਿਰ ਇਸ ਮੌਕੇ ਨੂੰ ਹੱਥੋਂ ਜਾਣ ਨਹੀਂ ਦੇਣਾ ਚਾਹ ਰਹੇ ਤੇ ਮੁਲਾਜ਼ਮਾਂ ਦੇ ਗੁੱਸੇ ਨੂੰ ਸਰਕਾਰ ਦੀ ਨਾਕਾਮੀ ਦੱਸ ਕੇ ਪ੍ਰਚਾਰ ਕਰ ਰਹੇ ਨੇ। ਇਹੀ ਵਜ੍ਹਾ ਹੈ ਕਿ ਵਿੱਤ ਮੰਤਰੀ ਚੀਮਾ ਵਰਗੇ ਆਗੂ ਕਈ ਵਾਰ ਪ੍ਰਦਰਸ਼ਨਾਂ ਨੂੰ ਵਿਰੋਧੀ ਧਿਰਾਂ ਵੱਲੋਂ ਭੜਕਾਏ ਜਾਣ ਦਾ ਇਸ਼ਾਰਾ ਵੀ ਦਿੰਦੇ ਰਹੇ ਨੇ। ਪਰ ਮੁਲਾਜ਼ਮਾਂ ਦਾ ਸਾਫ਼ ਕਹਿਣਾ ਹੈ ਕਿ ਉਹਨਾਂ ਦਾ ਸੰਘਰਸ਼ ਕਿਸੇ ਸਿਆਸੀ ਪਾਰਟੀ ਲਈ ਨਹੀਂ ਸਗੋਂ ਆਪਣੇ ਹੱਕਾਂ ਲਈ ਹੈ ਤੇ ਇਸੇ ਕਰਕੇ ਉਹ ਹਰ ਵਾਰ ਪੱਧਰ ਵਧਾ ਕੇ ਸਰਕਾਰ ਤੇ ਦਬਾਅ ਬਣਾ ਰਹੇ ਨੇ। ਸਰਕਾਰ ਲਈ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਇਹ ਵਿਰੋਧ ਸਿਰਫ ਇੱਕ ਦਿਨ ਦੀ ਗੱਲ ਨਹੀਂ ਰਿਹਾ। 7 ਅਗਸਤ ਦੀ ਚੰਡੀਗੜ੍ਹ ਰੈਲੀ, ਫਿਰ 10 ਅਗਸਤ ਨੂੰ ਬਿੱਲ ਪਾਸ ਹੋਣ ਦੇ ਬਾਵਜੂਦ ਜਾਰੀ ਰੋਸ਼, 11 ਅਗਸਤ ਦੀਆਂ ਗੇਟ ਰੈਲੀਆਂ ਤੇ ਹੁਣ 23 ਅਗਸਤ ਨੂੰ ਸਤੋਜ ਦੀ ਮਹਾ ਰੈਲੀ। ਇਹ ਪੂਰਾ ਸਿਲਸਿਲਾ ਦਿਖਾਉਂਦਾ ਹੈ ਕਿ ਮੁਲਾਜ਼ਮ ਹੁਣ ਇੱਕ ਕਦਮ ਕਰਕੇ ਦਬਾਅ ਵਧਾ ਰਹੇ ਨੇ ਤਾਂ ਜੋ 27 ਅਗਸਤ ਦੀ ਮੀਟਿੰਗ ਤੋਂ ਪਹਿਲਾਂ ਸਰਕਾਰ ਤੇ ਵੱਧ ਤੋਂ ਵੱਧ ਦਬਾਅ ਬਣਾਇਆ ਜਾ ਸਕੇ। ਜੇ ਇਸ ਪੂਰੇ ਘਟਨਾਕ੍ਰਮ ਨੂੰ ਇਕੱਠਾ ਦੇਖੀਏ ਤਾਂ ਤਸਵੀਰ ਸਾਫ਼ ਹੋ ਜਾਂਦੀ ਹੈ। ਸਰਕਾਰ ਦੇ ਆਖਰੀ ਦਿਨਾਂ ਦੇ ਵਿੱਚ ਇੱਕ ਪਾਸੇ ਪੈਨਸ਼ਨਰ ਹਨ ਜਿਹੜੇ OPS ਬਹਾਲੀ ਦੀ ਮੰਗ ਕਰ ਰਹੇ ਨੇ, ਦੂਜੇ ਪਾਸੇ ਅਧਿਆਪਕ ਹਨ ਜਿਹੜੇ ਪੇ ਸਕੇਲ ਦੀ ਲੜਾਈ ਲਈ ਲੜ ਰਹੇ ਨੇ ਤੇ ਤੀਜੇ ਪਾਸੇ ਮਿਨਿਸਟਰੀਅਲ ਸਟਾਫ ਹੈ ਜਿਹੜਾ DA ਏਰੀਅਰਸ ਤੇ ਇੱਕ ਵਿਵਾਦਿਤ ਬਿਆਨ ਖਿਲਾਫ ਗੁੱਸੇ 'ਚ ਹੈ ਤੇ ਚੌਥੇ ਪਾਸੇ ਬੇਰੋਜ਼ਗਾਰ ਨੌਜਵਾਨ ਨੇ ਜੋ ਸੜਕਾਂ ਤੇ ਆ ਗਏ ਨੇ। ਇਹ ਸਾਰੇ ਵਰਗ ਹੁਣ ਇੱਕ ਦੂਜੇ ਦੇ ਨਾਲ ਖੜੇ ਹੋ ਗਏ ਨੇ ਤੇ ਇਸ ਲਈ 23 ਅਗਸਤ ਨੂੰ ਸਤੋਜ ਦੀ ਰੈਲੀ ਖਾਸ ਬਣ ਜਾਂਦੀ ਹੈ ਕਿਉਂਕਿ ਇਹ ਸਿੱਧਾ ਮੁੱਖ ਮੰਤਰੀ ਦੇ ਆਪਣੇ ਹੀ ਪਿੰਡ ਦੇ ਵਿੱਚ ਹੋ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ 27 ਅਗਸਤ ਦੀ ਮੀਟਿੰਗ 'ਚ ਕੋਈ ਠੋਸ ਐਲਾਨ ਕਰਦੀ ਹੈ ਜਾਂ ਫਿਰ ਇਹ ਰੋਸ਼ ਹੋਰ ਵੱਧਦਾ ਹੈ। ਚੋਣਾਂ ਤੋਂ ਪਹਿਲਾਂ ਸਰਕਾਰ ਲਈ ਇੱਕ ਵੱਡਾ ਸਿਰਦਰਦ ਬਣਦਾ ਹੈ। ਇੱਕ ਗੱਲ ਪੱਕੀ ਹੈ, ਸਤੋਜ ਦੀ ਰੈਲੀ ਤੋਂ ਬਾਅਦ ਸਾਰੀਆਂ ਨਜ਼ਰਾਂ 27 ਅਗਸਤ ਦੀ ਮੀਟਿੰਗ ਤੇ ਟਿਕੀਆਂ ਹੋਣਗੀਆਂ। ਤੁਹਾਡਾ ਕੀ ਮੰਨਣਾ ਹੈ ਕਿ ਸਰਕਾਰ 27 ਅਗਸਤ ਦੀ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਮੰਨੇਗੀ ਜਾਂ ਫਿਰ ਸਤੋਜ ਦੀ ਰੈਲੀ ਹੋਰ ਵੱਡਾ ਸੰਦੇਸ਼ ਦੇਵੇਗੀ? ਕਮੈਂਟ ਬਾਕਸ 'ਚ ਆਪਣੀ ਰਾਏ ਜ਼ਰੂਰ ਦੱਸੋ। ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰੋ, ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਤੇ ਜੋ ਹਾਲੇ ਤੱਕ ਬੈਠਕ ਪੰਜਾਬ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣੇ ਹੀ ਕਰ ਲਓ ਤਾਂ ਜੋ ਹਰ ਵੱਡੀ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਸਤਿ ਸ਼੍ਰੀ ਅਕਾਲ।